ਗੁੱਡ ਮਾਰਨਿੰਗ ਜੀ। ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡੇ ਆਪਣੇ YouTube ਚੈਨਲ ਆਰਐਚ ਸਟੱਡੀ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜੀਆਂ ਆਪਣੇ ਕਲਾਸਾਂ ਲੱਗ ਰਹੀਆਂ ਸੀਗੀਆਂ SST ਦੇ ਨਾਲ ਲੱਗ ਰਹੀਆਂ ਸੀ, ਜਿਹਦੇ ਵਿੱਚ ਆਪਾਂ ਨਾਲ ਫੈਕਟ ਵੀ ਕਲੀਅਰ ਕਰਦੇ ਸੀਗੇ। ਸੋ ਅੱਜ ਜਿਹੜੀ ਆਪਣੀ ਕਲਾਸਾਂ ਨੇ ਦੁਬਾਰੇ ਉਹ ਸਟਾਰਟ ਹੋ ਚੁੱਕੀਆਂ ਨੇਗੀਆਂ। ਸੋ ਆਜੋ ਬਈ ਜਲਦੀ ਜਿਹੜੇ ਬੱਚੇ ਡੇਲੀ ਆਪਣੇ ਨਾਲ ਜੁੜਦੇ ਨੇ ਹਨਾ। ਆਦਾ ਫਸਟ ਕੁਐਸਚਨ ਹੈ, ਦੇਖੋ ਤੁਹਾਡੀ ਫੋਨ ਦੀ ਸਕਰੀਨ ਦੇ ਉੱਪਰ ਫਸਟ ਕੁਐਸਚਨ ਹੈ। ਦੇਖੋ ਬਈ ਅੱਜ ਦਾ, ਸਾਡੇ ਦੇਸ਼ ਦਾ ਸੰਵਿਧਾਨਿਕ ਨਾਮ ਕੀ ਹੈ? ਕਹਿੰਦੇ ਦੇਸ਼ ਦਾ ਸੰਵਿਧਾਨਿਕ ਨਾਮ ਕੀ ਹੈ? ਭਾਰਤ, ਭਾਰਤ ਭਾਰਤ, ਆਰੀਆਵਰਤ ਜਾਂ ਹਿੰਦੁਸਤਾਨ। ਹੁਣ ਅੱਧੇ ਕੁ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਇੱਥੇ, ਕਿਉਂਕਿ ਸਾਰੇ ਇੱਕੋ ਜਿਹੇ ਲੱਗਦੇ ਨੇ ਹਨਾ। ਆਰੀਆਵਰਤ ਵੀ ਹੋ ਸਕਦਾ, ਹਿੰਦੁਸਤਾਨ ਵੀ ਹੋ ਸਕਦਾ, ਇਕੱਲਾ ਭਾਰਤ ਵੀ ਹੋ ਸਕਦਾ। ਸੋ ਇਹਦਾ ਆਪਾਂ ਰਾਈਟ ਆਂਸਰ ਦੇਖਾਂਗੇ। ਰਾਈਟ ਆਂਸਰ ਇਹਦਾ ਬੀ। ਨਾਲ ਆਪਾਂ ਫੈਕਟ ਵੀ ਕਲੀਅਰ ਕਰ ਲਾਂਗੇ। ਭਾਰਤ ਭਾਵ ਭਾਰਤ। ਕਹਿੰਦੇ ਸੰਵਿਧਾਨ ਦੇ ਆਰਟੀਕਲ 1 ਦੇ ਵਿੱਚ ਇਸ ਸੰਘ ਦਾ ਨਾਮ ਭਾਰਤ ਭਾਵ ਭਾਰਤ ਲਿਖਿਆ ਗਿਆ। ਜਿਹੜਾ ਸੰਵਿਧਾਨ ਦਾ ਆਰਟੀਕਲ 1 ਹੈ ਉਹਦੇ ਵਿੱਚ ਇਹਦਾ ਨਾਮ ਕੀ ਲਿਖਿਆ ਗਿਆ? ਭਾਰਤ ਭਾਵ ਭਾਰਤ ਲਿਖਿਆ ਗਿਆ। ਠੀਕ ਹੈ ਵੀ। ਨੈਕਸਟ ਕੁਐਸਚਨ ਦੇਖੋ, ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਕੌਣ ਸੀ? ਜਦੋਂ ਭਾਰਤ ਨੂੰ ਆਜ਼ਾਦੀ ਪ੍ਰਾਪਤ ਹੋ ਗਈ ਸੀ 1947 ਤੋਂ ਬਾਅਦ ਦੀ ਗੱਲ ਹੈ ਇਹ। ਕਹਿੰਦੇ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਕੌਣ ਮੰਨਿਆ ਗਿਆ ਜਾਂ ਹੈਗਾ ਸੀ, ਹੈਨਾ, ਬਣਾਇਆ ਗਿਆ ਸੀ ਜਿਹੜਾ? ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਡਾਕਟਰ BR ਅੰਬੇਦਕਰ। ਰਾਈਟ ਆਂਸਰ ਦੇਖੋ ਇਹਦਾ ਹੋਊਗਾ ਬਈ ਡੀ, ਡਾਕਟਰ BR ਅੰਬੇਦਕਰ। ਠੀਕ ਹੈ, ਕਾਨੂੰਨ ਮੰਤਰੀ ਸੀ ਇਹ ਜਿਹੜੇ ਆਜ਼ਾਦ ਭਾਰਤ ਦੇ ਬਣਾਏ ਗਏ ਸੀ। ਨੈਕਸਟ ਕੁਐਸਚਨ ਦੇਖੋ, ਸੰਵਿਧਾਨ ਦੀ ਬਣਤਰ ਦਾ ਸੰਕਲਪ ਸਭ ਤੋਂ ਪਹਿਲਾਂ ਕਿੱਥੋਂ ਆਇਆ? ਸੰਵਿਧਾਨ ਦੀ ਬਣਤਰ ਭਾਵ ਸੰਵਿਧਾਨ ਨੂੰ ਬਣਾਉਣ ਦਾ ਜਿਹੜਾ ਸੰਕਲਪ ਸੀ ਸਭ ਤੋਂ ਪਹਿਲਾਂ ਕਿੱਥੋਂ ਆਇਆ ਸੀ? ਭਾਵ ਜਿਹੜਾ ਵੀ ਮਨ ਚ ਵਿਚਾਰ ਆਇਆ ਸੀ ਕਿੱਥੋਂ ਲਿਆ ਗਿਆ ਸੀ ਇਹ? ਫਰਾਂਸ, ਬ੍ਰਿਟੇਨ, ਸਵਿਟਜ਼ਰਲੈਂਡ ਜਾਂ ਜਾਪਾਨ ਤੋਂ। ਇਹਦਾ ਰਾਈਟ ਆਂਸਰ ਹੋਊਗਾ ਬਈ ਬੀ, ਬ੍ਰਿਟੇਨ ਤੋਂ। ਹੁਣ ਦੇਖੋ ਥੋੜਾ ਜਿਹਾ ਆਪਾਂ ਕਲੀਅਰ ਕਰ ਲੈਣੇ ਇਹਦੇ ਬਾਰੇ। ਸੰਵਿਧਾਨ ਦੀ ਬਣਤਰ ਕਹਿੰਦੇ ਪਹਿਲੀ ਵਾਰ ਬਰਤਾਨੀਆ ਵਿੱਚ 1608 ਈਸਵੀ ਵਿੱਚ 13 ਕਲੋਨੀਆਂ ਦੇ ਅਧੀਨ ਕੀਤੀ ਗਈ ਸੀ, ਜਿਸ ਨੂੰ ਗ੍ਰੇਟ ਬ੍ਰਿਟੇਨ ਦੇ ਪ੍ਰਭਾਵ ਹੇਠ ਜਾਰਜੀਆ ਵਿੱਚ ਠੋਸ ਰੂਪ ਵਿੱਚ ਦਿੱਤਾ ਗਿਆ ਸੀ। ਠੀਕ ਹੈ ਵੀ। ਜਿਹੜਾ ਸੰਵਿਧਾਨ ਬਣਾਉਣ ਦਾ ਜਿਹੜਾ ਸੰਕਲਪ ਸੀਗਾ ਕਹਿੰਦੇ ਸਭ ਤੋਂ ਪਹਿਲਾਂ ਕਿੱਥੋਂ ਆਇਆ ਸੀਗਾ? ਇਹ ਬ੍ਰਿਟੇਨ ਤੋਂ ਆਇਆ ਸੀਗਾ। ਨੈਕਸਟ ਕੁਐਸਚਨ ਦੇਖੋ, ਦੁਨੀਆ ਨੂੰ ਸਭ ਤੋਂ ਪਹਿਲਾਂ ਲਿਖਤੀ ਸੰਵਿਧਾਨ ਕਿਸ ਦੇਸ਼ ਨੇ ਦਿੱਤਾ? ਅਮਰੀਕਾ, ਬ੍ਰਿਟੇਨ, ਰੂਸ, ਆਸਟ੍ਰੇਲੀਆ। ਇਹਦਾ ਰਾਈਟ ਆਂਸਰ ਹੋਊਗਾ ਬਈ ਨੰਬਰ ਏ, ਅਮਰੀਕਾ। ਜੇਕਰ ਆਪਾਂ ਗੱਲ ਕਰੀਏ ਕਿ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਲਿਖਤੀ ਸੰਵਿਧਾਨ ਕਿਹੜੇ ਦੇਸ਼ ਨੇ ਬਣਾਇਆ ਸੀ, ਹਨਾ, ਤਾਂ ਉਹ ਬਣਾਇਆ ਸੀ ਅਮਰੀਕਾ ਨੇ। ਅਮਰੀਕਾ ਦਾ ਕਹਿੰਦੇ ਸੰਵਿਧਾਨ ਸਾਲ 1787 ਦੇ ਵਿੱਚ ਕਿਲਡੇਲੀਆ ਕਾਨਫਰੰਸ ਦੁਆਰਾ ਬਣਾਇਆ ਗਿਆ ਸੀਗਾ ਅਤੇ ਨਵੇਂ ਸੰਵਿਧਾਨ ਦੇ ਅਨੁਸਾਰ ਚੁਣੀ ਹੋਈ ਸਰਕਾਰ ਨੇ 4 ਮਾਰਚ 1799 ਤੋਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ। ਇਸ ਤਰ੍ਹਾਂ ਦੁਨੀਆ ਦਾ ਪਹਿਲਾ ਬਣਿਆ ਅਤੇ ਲਿਖਤੀ ਸੰਵਿਧਾਨ ਅਮਰੀਕਾ ਦੇ ਵਿੱਚ ਹੀ ਬਣਾਇਆ ਗਿਆ ਸੀਗਾ। ਠੀਕ ਹੈ ਬਈ। ਨੈਕਸਟ ਕੁਐਸਚਨ ਦੇਖੋ, ਦੁਨੀਆ ਦਾ ਸਭ ਤੋਂ ਵਿਆਪਕ ਲਿਖਤੀ ਸੰਵਿਧਾਨ ਕਿਹੜੇ ਦੇਸ਼ ਦਾ ਹੈ? ਚੀਨ, ਜਾਪਾਨ, ਅਮਰੀਕਾ ਅਤੇ ਭਾਰਤ। ਬਹੁਤ ਹੀ ਈਜ਼ੀ ਕੁਐਸਚਨ ਹੈ। ਰਾਈਟ ਆਂਸਰ ਹੋਊਗਾ ਭਾਰਤ ਦਾ, ਕਿਉਂਕਿ ਭਾਰਤ ਦਾ ਸੰਵਿਧਾਨ ਹੈ ਜਿਹੜਾ ਬਹੁਤ ਹੀ ਲੰਬਾ ਤੇ ਵਿਸਤ੍ਰਿਤ ਮੰਨਿਆ ਜਾਂਦਾ। ਠੀਕ ਹੈ ਬਈ। ਤੇ ਇੱਕ ਹੋਰ ਵੀ ਹੈ, ਇਹਨੂੰ ਕੀ ਮੰਨਿਆ ਜਾਂਦਾ? ਉਧਾਰ ਦਾ ਟੋਕਰਾ, ਹਨਾ। ਇਹ ਵੀ ਕੁਐਸਚਨ ਬਣਦਾ ਕਿਉਂਕਿ ਸਾਰੇ ਦੇਸ਼ਾਂ ਤੋਂ ਕਿਤੇ ਕੁਛ ਚੱਕਿਆ ਫਿਰ ਹੀ ਸੰਵਿਧਾਨ ਬਣਿਆ ਨਾ। ਕਹਿੰਦੇ ਭਾਰਤ ਦਾ ਸੰਵਿਧਾਨ ਲਿਖਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਅਤੇ ਵਿਸਤ੍ਰਿਤ ਸੰਵਿਧਾਨ ਮੰਨਿਆ ਜਾਂਦਾ ਹੈ। ਵਰਤਮਾਨ ਵਿੱਚ ਕਹਿੰਦੇ ਇਸ ਵਿੱਚ ਕੁੱਲ 395 ਲੇਖ, 12 ਅਨੁਸੂਚੀਆਂ ਅਤੇ 22 ਭਾਗ ਹਨ। ਹੁਣ ਜਿਹੜੇ ਇਹ 395 ਨੇ ਹਨਾ, ਇਹ 395 ਨਹੀਂ ਰਹੇ ਰਾਜੀ, ਇਹ 425 ਤੱਕ ਪਹੁੰਚ ਚੁੱਕੇ ਨੇ, ਅਬੱਬ ਹੋ ਚੁੱਕੇ ਨੇ 425 ਤੋਂ ਵੀ। ਠੀਕ ਹੈ, ਤੇ ਅਨੁਸੂਚੀਆਂ ਤਾਂ 12 ਹੀ ਨੇ ਤੇ ਭਾਗ ਵੀ ਇਹਦੇ 22 ਨੇ। ਠੀਕ ਹੈ ਵੀ। ਸੰਵਿਧਾਨ ਦੀ ਵਿਸ਼ਾਲਤਾ ਕਾਰਨ ਆਈਵਰ ਜੇਨਿੰਗਸ ਨੇ ਕਹਿੰਦੇ ਭਾਰਤੀ ਸੰਵਿਧਾਨ ਨੂੰ ਵਕੀਲਾਂ ਦਾ ਸਵਰਗ ਕਿਹਾ ਗਾ। ਇਹ ਕੁਐਸਚਨ ਆ ਸਕਦਾ ਵੀ ਕਈ ਵਾਰ ਨਾ ਪੇਪਰ ਦੇ ਵਿੱਚ ਇਹੋ ਜਿਹੀ ਸਟੇਟਮੈਂਟ ਪਾ ਕੇ ਪੁੱਛਦੇ ਨੇ ਵੀ ਇਹ ਕਿਹਨੇ ਕਿਹਾ ਸੀਗਾ। ਠੀਕ ਹੈ, ਸੰਸਾਰ ਦਾ ਕਹਿੰਦੇ ਅਮਰੀਕੀ ਸੰਵਿਧਾਨ ਇਹ ਸਭ ਤੋਂ ਛੋਟਾ ਸੰਘੀ ਸੰਵਿਧਾਨ ਹੈ ਅਤੇ ਇਸ ਦੀਆਂ ਸਿਰਫ 7 ਧਾਰਾਵਾਂ ਹਨ। ਜਿਹੜਾ ਸੰਸਾਰ ਦਾ ਸਭ ਤੋਂ ਪਹਿਲਾ ਲਿਖਤੀ ਸੰਵਿਧਾਨ ਜਿਹੜਾ ਸੀ ਅਮਰੀਕਾ ਦਾ, ਤੇ ਸਭ ਤੋਂ ਛੋਟਾ ਸੰਘੀ ਸੰਵਿਧਾਨ ਮੰਨਿਆ ਗਿਆ ਕਿਉਂਕਿ ਇਹਦੇ ਵਿੱਚ ਸਿਰਫ 7 ਧਾਰਾਵਾਂ ਨੇ। ਠੀਕ ਹੈ, ਨੈਕਸਟ ਕੁਐਸਚਨ ਦੇਖੋ, ਤੁਸੀਂ ਭਾਰਤੀ ਸੰਵਿਧਾਨ ਦਾ ਵਰਣਨ ਕਿਵੇਂ ਕਰੋਗੇ?
क्वेश्चन पूछा गया इत्थे भी ਆਪਾਂ ਜਿਹੜਾ ਭਾਰਤੀ ਸੰਵਿਧਾਨ ਦਾ ਵਰਣਨ ਹੈ ਉਹ ਕਿਹੜੇ ਹਿਸਾਬ ਨਾਲ ਕਰਾਂਗੇ। ਆਕਾਰ ਵਿੱਚ ਮੱਧਮ, ਬਹੁਤ ਛੋਟਾ ਤੇ ਇਕਸਾਰ, ਦੁਨੀਆ ਦੇ ਸਭ ਤੋਂ ਵਿਸਤ੍ਰਿਤ ਸੰਵਿਧਾਨਾਂ ਦੇ ਵਿੱਚੋਂ ਇੱਕ। ਇਹ ਲਿਖਤੀ ਸੰਵਿਧਾਨ ਨਹੀਂ ਹੈ। ਹੁਣ ਦੇਖੋ ਜੇਕਰ ਆਪਸ਼ਨ ਚੁਣਨੀ ਹੋਵੇ ਆਕਾਰ ਵਿੱਚ ਮੱਧਮ, ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਆਕਾਰ ਦੇ ਵਿੱਚ ਤਾਂ ਇਹ ਲੰਬਾਈ 'ਚ ਹੈ ਨਾ, ਭਾਵ ਲੰਬਾ ਹੈ। ਬਹੁਤ ਛੋਟਾ ਤੇ ਇਕਸਾਰ ਇਹ ਵੀ ਨਹੀਂ ਹੋ ਸਕਦਾ। ਇਹ ਲਿਖਤੀ ਸੰਵਿਧਾਨ ਨਹੀਂ ਹੈ, ਇਹ ਵੀ ਨਹੀਂ। ਤਾਂ ਇਹਦਾ ਰਾਈਟ ਆਂਸਰ ਕਿਹੜਾ ਬਣੂਗਾ? ਸੀ। ਇਹ ਦੁਨੀਆ ਦੇ ਸਭ ਤੋਂ ਵਿਸਤ੍ਰਿਤ ਸੰਵਿਧਾਨਾਂ ਦੇ ਵਿੱਚੋਂ ਇੱਕ ਹੈ। ਠੀਕ ਹੈ ਬਈ। ਨੈਕਸਟ ਕੁਐਸਚਨ ਦੇਖੋ, ਭਾਰਤੀ ਸੰਵਿਧਾਨ ਦੀ ਮੁੱਖ ਪ੍ਰਸਤਾਵਨਾ ਹੈ। ਸੰਵਿਧਾਨ ਦੀ ਮੁੱਖ ਪ੍ਰਸਤਾਵਨਾ ਕਿਹੜੀ ਹੈ? ਵਿਚਾਰ, ਧਰਮ, ਵਿਸ਼ਵਾਸ, ਪ੍ਰਗਟਾਵਾ। ਵਿਚਾਰ, ਵਿਸ਼ਵਾਸ, ਧਰਮ, ਵਿਸ਼ਵਾਸ ਅਤੇ ਉਪਾਸਨਾ। ਵਿਚਾਰ, ਵਿਸ਼ਵਾਸ, ਧਰਮ, ਪ੍ਰਗਟਾਵੇ। ਵਿਚਾਰ, ਪ੍ਰਗਟਾਵੇ, ਵਿਸ਼ਵਾਸ, ਆਸਥਾ ਤੇ ਪੂਜਾ। ਇਹਦਾ ਰਾਈਟ ਆਂਸਰ ਹੋਊਗਾ ਬਈ ਬੀ। ਵਿਚਾਰ, ਧਰਮ, ਵਿਸ਼ਵਾਸ ਅਤੇ ਉਪਾਸਨਾ। ਭਾਰਤੀ ਸੰਵਿਧਾਨ ਦੀ ਕਹਿੰਦੇ ਮੂਲ ਪ੍ਰਸਤਾਵਨਾ ਵਿੱਚ ਭਾਰਤ ਨੂੰ ਇੱਕ ਪ੍ਰਭੂ ਸੱਤਾ ਸੰਪੰਨ ਜਮਹੂਰੀ ਗਣਰਾਜ ਬਣਾਉਣ ਲਈ ਆਪਣੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੇ ਨਾਲ ਵਿਚਾਰ, ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਪੂਜਾ ਦੀ ਆਜ਼ਾਦੀ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਹੈ। ਠੀਕ ਹੈ। ਜਦ ਕਿ ਵਿਸ਼ਵਾਸ ਸ਼ਬਦ ਪ੍ਰਸਤਾਵਨਾ ਦੇ ਵਿੱਚ ਨਹੀਂ ਵਰਤਿਆ ਗਿਆ। ਇੱਕ ਨਾ ਤੁਹਾਡੀ ਜਿਹੜੀ ਪ੍ਰਸਤਾਵਨਾ ਹੈਗੀ ਉਹਨੂੰ ਰੱਟ ਲਿਓ ਬਈ, ਕਿਉਂਕਿ ਪ੍ਰਸਤਾਵਨਾ ਦੇ ਉੱਪਰ ਇੱਕ ਨਾ ਇੱਕ ਕੁਐਸਚਨ ਬਣਦਾ ਹੈ ਜਿਹਦੇ ਵਿੱਚ ਤੁਹਾਨੂੰ ਕਈ ਸ਼ਬਦ ਪਾ ਕੇ ਪੁੱਛਿਆ ਜਾਊਗਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਹੈਗਾ ਜਾਂ ਨਹੀਂ ਹੈਗਾ। ਠੀਕ ਹੈ। ਹੁਣ ਜਿਵੇਂ ਵਿਸ਼ਵਾਸ ਸ਼ਬਦ ਹੈ ਉਹਦੇ ਵਿੱਚ ਪ੍ਰਸਤਾਵਨਾ ਦੇ ਵਿੱਚ ਇਹ ਨਹੀਂ ਹੈਗਾ। ਠੀਕ ਹੈ। ਨੈਕਸਟ ਕੁਐਸਚਨ ਦੇਖੋ, ਕਹਿੰਦੇ ਕਿਸ ਕੇਸ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ ਹੈ? ਉਹ ਕਿਹੜਾ ਕੇਸ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਹਿੱਸਾ ਨਹੀਂ ਮੰਨਿਆ ਜਾਂਦਾ? ਨਹੀਂ ਹੈਗਾ ਇਹ। ਪੇਰੂਵਾੜੀ ਕੇਸ, ਗੋਰਖਨਾਥ ਕੇਸ, ਕੇਸ਼ਵਾਨੰਦ ਭਾਰਤੀ ਕੇਸ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਤਾਂ ਇਹਦਾ ਰਾਈਟ ਆਂਸਰ ਹੋਊਗਾ ਬਈ ਨੰਬਰ 1 ਏ। ਬੇਰੂਵਾੜੀ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਪ੍ਰਸਤਾਵਨਾ ਜਿਹੜੀ ਸੰਵਿਧਾਨ ਦਾ ਹਿੱਸਾ ਨਹੀਂ ਹੈਗੀ। ਠੀਕ ਹੈ। ਨੈਕਸਟ ਕੁਐਸਚਨ, ਸੁਤੰਤਰਤਾ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲੀ ਵੰਡ ਕਦੋਂ ਹੋਈ ਸੀ? ਸੁਤੰਤਰਤਾ ਪ੍ਰਾਪਤੀ ਕਰਨ ਤੋਂ ਬਾਅਦ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲੀ ਵੰਡ ਕਦੋਂ ਹੋਈ ਸੀ? 1969 ਦੇ ਵਿੱਚ, 1956 ਦੇ ਵਿੱਚ, 1971 ਦੇ ਵਿੱਚ ਜਾਂ 1973 ਦੇ ਵਿੱਚ? ਇਹੋ ਜਿਹੇ ਕੁਐਸਚਨ ਵਾਰ-ਵਾਰ ਆਉਂਦੇ ਨੇ ਪੇਪਰਾਂ ਦੇ ਵਿੱਚ, ਫਿਰ ਆਪਾਂ ਇਹ ਕਹਿੰਦੇ ਨੇ ਜਾ ਕੇ ਉੱਥੇ ਤਾਂ ਸਿਲੇਬਸ 'ਚ ਨਹੀਂ ਹੈਗੇ, ਹੈ ਨਾ। ਇਹਦਾ ਰਾਈਟ ਆਂਸਰ ਹੋਊਗਾ ਨੰਬਰ ਏ, 1969 ਦੇ ਵਿੱਚ। ਠੀਕ ਹੈ। ਭਾਰਤੀ ਰਾਸ਼ਟਰੀ ਕਾਂਗਰਸ ਜਿਹੜੀ ਸਾਲ 1969 ਦੇ ਵਿੱਚ ਕਹਿੰਦੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵੰਡੀ ਗਈ ਹੈ। ਇਹ ਆਜ਼ਾਦੀ ਤੋਂ ਬਾਅਦ ਦੀ ਗੱਲ ਹੋਈ ਹੈ। ਠੀਕ ਹੈ ਬਈ, ਇਹ ਵੀ ਇੱਥੇ ਡਿਫਰੈਂਸ ਰੱਖਣਾ ਹੈ। ਕੁਐਸਚਨ ਇਹ ਪੁੱਛਿਆ ਗਿਆ ਗਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੀ ਵੰਡ ਹੋਈ ਹੈ ਤੇ ਹੋਈ ਵੀ ਕਦੋਂ? ਇਹ ਆਜ਼ਾਦੀ ਤੋਂ ਬਾਅਦ ਹੋਈ ਹੈ ਤੇ ਕਿੰਨੇ 'ਚ ਹੋਈ ਹੈ? 1969 ਦੇ ਵਿੱਚ। ਠੀਕ ਹੈ। ਨੈਕਸਟ ਕੁਐਸਚਨ ਦੇਖੋ, ਭਾਰਤੀ ਸ਼ਾਸਨ ਪ੍ਰਣਾਲੀ ਵਿੱਚ ਪ੍ਰਤੀਨਿਧ ਅਤੇ ਪ੍ਰਸਿੱਧ ਹਿੱਸੇ ਨੂੰ ਸ਼ਾਮਿਲ ਕਰਨ ਦੀ ਪਹਿਲੀ ਕੋਸ਼ਿਸ਼ ਕਿਸ ਦੁਆਰਾ ਸ਼ਾਮਿਲ ਕੀਤੀ ਗਈ ਹੈ? ਭਾਰਤੀ ਸ਼ਾਸਨ ਪ੍ਰਣਾਲੀ ਦੇ ਵਿੱਚ ਪ੍ਰਤੀਨਿਧ ਅਤੇ ਪ੍ਰਸਿੱਧ ਹਿੱਸੇ ਨੂੰ ਸ਼ਾਮਿਲ ਕਰਨ ਦੀ ਪਹਿਲੀ ਕੋਸ਼ਿਸ਼ ਕਿਸ ਦੁਆਰਾ ਕੀਤੀ ਗਈ ਹੈ? ਇੰਡੀਅਨ ਕੌਂਸਲ ਐਕਟ 1861 ਦੇ ਵਿੱਚ, ਇੰਡੀਅਨ ਕੌਂਸਲ ਐਕਟ 1892 ਜਾਂ 1919 ਜਾਂ 1909 ਦੇ ਵਿੱਚ? ਰਾਈਟ ਆਂਸਰ ਹੋਊਗਾ ਇਹਦਾ ਨੰਬਰ ਏ, ਇੰਡੀਅਨ ਕੌਂਸਲ ਐਕਟ 1861 ਦੇ ਵਿੱਚ। ਠੀਕ ਹੈ। ਹੁਣ ਦੇਖੋ ਕਹਿੰਦੇ ਇਹ ਪਹਿਲੀ ਵਾਰ ਸੀ ਜਦੋਂ 1861 ਦੇ ਐਕਟ ਨੇ ਸੰਵਿਧਾਨਿਕ ਸੰਸਥਾਵਾਂ ਵਿੱਚ ਗੈਰ ਸਰਕਾਰੀ ਤੱਤਾਂ ਨੂੰ ਪ੍ਰਤੀਨਿਧਤਾ ਦੇਣ ਦੇ ਮਹੱਤਵਪੂਰਨ ਸਿਧਾਂਤ ਨੂੰ ਸਵੀਕਾਰ ਕੀਤਾ। ਕਿਹਾ ਜਾਂਦਾ ਹੈ ਕਿ ਇਸ ਦੁਆਰਾ ਆਧੁਨਿਕ ਸੂਬਾਈ ਵਿਧਾਨ ਸਭਾਵਾਂ ਦੀ ਨੀਂਹ ਰੱਖੀ ਗਈ। ਪਹਿਲੀ ਵਾਰ ਦੇਸ਼ ਵਾਸੀਆਂ ਨੂੰ ਕਾਨੂੰਨ ਬਣਾਉਣ ਦੇ ਕੰਮ ਵਿੱਚ ਅੰਸ਼ਿਕ ਤੌਰ ਤੇ ਹਿੱਸਾ ਲੈਣ ਦਾ ਮੌਕਾ ਜਿਹੜਾ ਮਿਲਿਆ ਸੀਗਾ, ਕਿਹਦੇ ਦੁਆਰਾ? 1861 ਦੇ ਦੁਆਰਾ। ਠੀਕ ਹੈ ਵੀ। ਨੈਕਸਟ ਕੁਐਸਚਨ ਦੇਖੋ, ਭਾਰਤੀ ਸੰਵਿਧਾਨ ਵਿੱਚ ਭਾਰਤ ਵਿੱਚ ਹੇਠ ਲਿਖੀਆਂ ਵਿੱਚੋਂ ਕਿਹੜੀ ਪੂਰੀ ਬ੍ਰਿਟਿਸ਼ ਸੰਵਿਧਾਨਿਕ ਸੰਸਥਾ ਪ੍ਰਯੋਗਾਂ ਵਿੱਚੋਂ ਸਭ ਤੋਂ ਥੋੜੇ ਸਮੇਂ ਲਈ ਸਾਬਿਤ ਹੋਇਆ? ਭਾਰਤ ਵਿੱਚ ਕਹਿੰਦੇ ਹੇਠ ਲਿਖੀਆਂ ਵਿੱਚੋਂ ਕਿਹੜੀ ਪੂਰੀ ਬ੍ਰਿਟਿਸ਼ ਸੰਵਿਧਾਨਿਕ ਸੰਸਥਾ ਸੀ ਜਿਹੜੀ ਪ੍ਰਯੋਗਾਂ ਵਿੱਚੋਂ ਸਭ ਤੋਂ ਥੋੜੇ ਸਮੇਂ ਲਈ ਸਾਬਿਤ ਹੋਈ ਸੀ? ਭਾਰਤੀ ਸਰਕਾਰ ਐਕਟ 1919, ਭਾਰਤੀ ਕੌਂਸਲ ਐਕਟ 1909, ਪਿਟਸ ਇੰਡੀਆ ਐਕਟ 1784 ਜਾਂ ਭਾਰਤੀ ਸਰਕਾਰ ਐਕਟ 1935? ਰਾਈਟ ਆਂਸਰ ਹੋਊਗਾ ਇਹਦਾ ਨੰਬਰ ਸੀ,
ਜਿਹੜੇ ਇਹ ਐਕਟ ਨੇ ਨਾ ਬਈ ਇਹਨਾਂ ਨੂੰ ਥੋੜਾ ਜਿਹਾ ਧਿਆਨ ਨਾਲ ਪੜ੍ਹ ਲਿਓ, ਕਿਉਂਕਿ ਐਕਟਾਂ ਦੇ ਵਿੱਚੋਂ ਹਰ ਵਾਰ 1-2 ਕੁਐਸਚਨ ਆਉਂਦੇ ਨੇ। ਇਹ ਨਹੀਂ ਪਤਾ ਸਿੱਧਾ ਐਕਟ ਪੁੱਛ ਲੈਣ, ਜਾਂ ਇਹ ਪੁੱਛਿਆ ਜਾਵੇ ਕਿ ਕਿਹੜੇ ਐਕਟ ਦੇ ਅਧੀਨ ਕੀ ਹੋਇਆ ਸੀਗਾ, ਹਨਾ। ਸੋ ਇਹਨਾਂ ਦਾ ਰੱਟ ਲਿਓ। ਰਾਈਟ ਆਂਸਰ ਹੋਊਗਾ ਸੀ, ਪਿਟਸ ਇੰਡੀਆ ਐਕਟ 1784 ਦੇ ਲਈ। ਨੈਕਸਟ ਕੁਐਸਚਨ ਦੇਖੋ, ਵੱਖ-ਵੱਖ ਧਾਰਮਿਕ ਸੰਪਰਦਾਵਾਂ ਅਤੇ ਹੋਰਾਂ ਦੁਆਰਾ ਪ੍ਰਦਰਸ਼ਿਤ ਵੱਖਵਾਦੀ ਅਭਿਆਸ ਹੇਠਾਂ ਦਿੱਤੀ ਗਈ ਦੀ ਵਿਸ਼ੇਸ਼ਤਾ ਹੈ। ਕਹਿੰਦੇ ਵੱਖ-ਵੱਖ ਧਾਰਮਿਕ ਸੰਪਰਦਾਵਾਂ ਅਤੇ ਹੋਰਾਂ ਦੁਆਰਾ ਪ੍ਰਦਰਸ਼ਿਤ ਪੱਖਵਾਦੀ ਅਭਿਆਸ ਹੇਠਾਂ ਦਿੱਤੀ ਦੀ ਵਿਸ਼ੇਸ਼ਤਾ ਕਿਹੜੀ ਹੈ? ਭਾਰਤੀ ਕੌਂਸਲ ਐਕਟ 1861, ਭਾਰਤੀ ਸਰਕਾਰ ਐਕਟ 1919, ਭਾਰਤੀ ਸਰਕਾਰ ਐਕਟ 1935 ਜਾਂ ਭਾਰਤੀ ਸੁਤੰਤਰਤਾ ਐਕਟ 1947। ਸੋ ਰਾਈਟ ਆਂਸਰ ਹੋਊਗਾ ਤਾਂ ਨੰਬਰ ਬੀ, ਭਾਰਤੀ ਸਰਕਾਰ ਐਕਟ 1919। ਠੀਕ ਹੈ ਬਈ। ਕਹਿੰਦੇ 1909 ਦੇ ਕੌਂਸਲ ਆਫ ਇੰਡੀਅਨ ਐਕਟ ਮਿੰਟੋ ਰਿਫਾਰਮਸ ਦੁਆਰਾ ਮੁਸਲਮਾਨਾਂ ਲਈ ਵੱਖਰੇ ਜਿਹੜੇ ਵੱਖਰੇ ਦੀ ਵਿਵਸਥਾ ਕੀਤੀ ਗਈ ਸੀ 1919 ਦੇ ਵਿੱਚ। ਭਾਰਤੀ ਸਰਕਾਰ ਐਕਟ ਦੁਆਰਾ ਸਿੱਖਾਂ ਲਈ ਵੀ ਵਧਾਇਆ ਗਿਆ ਸੀਗਾ। ਦਿੱਤੇ ਗਏ ਵਿਕਲਪਾਂ ਦੇ ਅਨੁਸਾਰ ਸਹੀ ਇਹਦਾ ਬੀ ਹੋਊਗਾ। ਠੀਕ ਹੈ ਵੀ, ਇਹ ਤਾਂ ਵੈਸੇ ਹੀ ਹੋਊਗਾ। ਰਾਈਟ ਆਂਸਰ ਇਹਦਾ ਬੀ ਹੋਊਗਾ 1919। ਨੈਕਸਟ ਕੁਐਸਚਨ ਦੇਖੋ, ਭਾਰਤੀ ਸੰਵਿਧਾਨ ਦੀ ਐਮਰਜੈਂਸੀ ਵਿਵਸਥਾ ਤੇ ਹੇਠਲਿਆਂ ਵਿੱਚੋਂ ਕਿਸ ਦਾ ਸਭ ਤੋਂ ਵੱਧ ਪ੍ਰਭਾਵ ਹੈ? ਭਾਰਤੀ ਸੰਵਿਧਾਨ ਦੀ ਐਮਰਜੈਂਸੀ ਵਿਵਸਥਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਕਿਸ ਦਾ ਸਭ ਤੋਂ ਵੱਧ ਪ੍ਰਭਾਵ ਰਿਹਾ ਇਹਨਾਂ ਦੇ ਉੱਪਰ? ਭਾਰਤੀ ਸਰਕਾਰ ਐਕਟ 1936, ਜਰਮਨ ਦਾ ਵਾਈਮਰ ਸੰਵਿਧਾਨ, ਜਾਂ ਅਮਰੀਕਾ ਦਾ ਸੰਵਿਧਾਨ, ਜਾਂ ਕੈਨੇਡਾ ਦਾ ਸੰਵਿਧਾਨ। ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਭਾਰਤ ਦੇ ਵਿੱਚ ਆਪਾਂ ਐਮਰਜੈਂਸੀ ਦੀ ਵਿਵਸਥਾ ਕੀਤੀ ਜਾਂਦੀ ਹੈ ਹਨਾ, ਤਾਂ ਉਹਦੇ ਉੱਪਰ ਕਿਹਦਾ ਪ੍ਰਭਾਵ ਆਗਾ ਸਭ ਤੋਂ ਵੱਧ? ਰਾਈਟ ਆਂਸਰ ਇਹਦਾ ਬੀ। ਠੀਕ ਹੈ ਬਈ, ਬੀ, ਜਰਮਨੀ ਦਾ ਵਾਈਮਰ ਸੰਵਿਧਾਨ। ਨੈਕਸਟ ਕੁਐਸਚਨ ਦੇਖੋ, ਥੋੜਾ ਜਿਹਾ ਇਹਦੇ ਬਾਰੇ ਦੇਖ ਲਈਏ ਆਪਾਂ ਦੁਬਾਰੇ। ਭਾਰਤੀ ਸੰਵਿਧਾਨ ਵਿੱਚ ਕਹਿੰਦੇ ਐਮਰਜੈਂਸੀ ਦੀ ਜਿਹੜੀ ਵਿਵਸਥਾ ਹੈਗੀ ਜਰਮਨ ਵਾਈਮਰ ਸੰਵਿਧਾਨ ਦੁਆਰਾ ਕੀਤੀ ਗਈ ਹੈ। ਕਿਸੇ ਦੇਸ਼ ਲਈ ਅਨੁਪਾਤਿਕ ਪ੍ਰਤੀਨਿਧਤਾ ਜ਼ਰੂਰੀ ਨਹੀਂ ਹੈ ਜਿੱਥੇ, ਕਹਿੰਦੇ ਕਿਸੇ ਦੇਸ਼ ਲਈ ਅਨੁਪਾਤਿਕ ਪ੍ਰਤੀਨਿਧਤਾ ਜ਼ਰੂਰੀ ਨਹੀਂ ਹੈ ਜਿੱਥੇ ਕੋਈ ਰਾਖਵਾਂ ਹਲਕਾ ਨਹੀਂ ਹੈ, 2 ਪਾਰਟੀ ਸਿਧਾਂਤ ਵਿਕਸਿਤ ਹੋਇਆ ਹੈ, ਰਾਸ਼ਟਰਪਤੀ ਪ੍ਰਣਾਲੀ ਸੰਸਦੀ ਪ੍ਰਣਾਲੀ ਦਾ ਸੁਮੇਲ ਹੈ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਰਾਈਟ ਆਂਸਰ ਹੋਊਗਾ ਤਾਂ ਡੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਠੀਕ ਹੈ ਵੀ। ਨੈਕਸਟ ਕੁਐਸਚਨ ਦੇਖੋ ਐਂਡ ਲਾਸਟ, ਸੰਵਿਧਾਨ ਦੀ ਡਰਾਫਟ ਕਮੇਟੀ ਦੇ ਸਾਹਮਣੇ ਪ੍ਰਸਤਾਵਨਾ ਕਿਸ ਨੇ ਪੇਸ਼ ਕੀਤੀ ਸੀ? ਜੇਕਰ ਆਪਾਂ ਗੱਲ ਕਰੀਏ ਜਿਹੜੀ ਸੰਵਿਧਾਨ ਦੀ ਡਰਾਫਟ ਕਮੇਟੀ ਸੀਗੀ ਹਨਾ, ਉਹਦੇ ਸਾਹਮਣੇ ਪ੍ਰਸਤਾਵਨਾ ਕਿਸ ਨੇ ਪੇਸ਼ ਕੀਤੀ ਸੀ? BRS ਅੰਬੇਦਕਰ ਨੇ, BR ਅੰਬੇਦਕਰ ਆਊਗਾ ਇੱਥੇ। ਠੀਕ ਹੈ ਵੀ, ਐਸ ਨਹੀਂ ਆਉਂਦਾ। BN ਰਾਓ ਨੇ, ਮਹਾਤਮਾ ਗਾਂਧੀ ਨੇ, ਜਵਾਹਰ ਲਾਲ ਨਹਿਰੂ ਨੇ। ਇਹਦਾ ਰਾਈਟ ਆਂਸਰ ਡੀ, ਜਵਾਹਰ ਲਾਲ ਨਹਿਰੂ। ਜਿਹੜੀ ਡਰਾਫਟ ਕਮੇਟੀ ਨੂੰ ਖਰੜਾ ਕਮੇਟੀ ਵੀ ਬੋਲਿਆ ਜਾਂਦਾ। ਠੀਕ ਹੈ, ਪੇਪਰ ਦੇ ਵਿੱਚ ਐਵੇਂ ਹੀ ਪਾਉਂਦੇ ਚੱਕ ਕੇ। 13 ਦਸੰਬਰ 1946 ਨੂੰ ਜਵਾਹਰ ਲਾਲ ਨਹਿਰੂ ਨੇ ਇਤਿਹਾਸਕ ਉਪਦੇਸ਼ ਸੰਕਲਪ ਜਿਹੜਾ ਪੇਸ਼ ਕੀਤਾ ਸੀਗਾ। ਭਾਰਤ ਦੇ ਭਵਿੱਖੀ ਪ੍ਰਭੂ ਸੱਤਾ ਸੰਪੰਨ ਜਮਹੂਰੀ ਗਣਰਾਜ ਦੀ ਰੂਪਰੇਖਾ ਉਦੇਸ਼ ਸੰਕਲਪ ਦੇ ਰੂਪ ਵਿੱਚ ਪੇਸ਼ ਕੀਤੀ ਗਈ ਸੀ। ਇਸ ਮਤੇ ਨੇ ਸੰਵਿਧਾਨ ਸਭਾ ਨੂੰ ਸੰਵਿਧਾਨ ਦੇ ਮਾਰਗਦਰਸ਼ਕ ਸਿਧਾਂਤ ਅਤੇ ਫਲਸਫੇ ਦਿੱਤੇ ਸੀਗੇ। ਅੰਤ ਦੇ ਵਿੱਚ 22 ਜਨਵਰੀ 1947 ਨੂੰ ਸੰਵਿਧਾਨ ਸਭਾ ਨੇ ਪ੍ਰਸਤਾਵਨਾ ਨੂੰ ਸਵੀਕਾਰ ਕਰ ਲਿਆ ਸੀਗਾ। ਠੀਕ ਹੈ ਵੀ। ਸੋ ਇਹ ਸੀਗੇ ਅੱਜ ਦੇ ਆਪਣੇ 15 ਕੁਐਸਚਨ। ਇਸ ਤੋਂ ਬਾਅਦ ਜਿਹੜੀ ਆਪਣੇ ਕਲਾਸਾਂ ਨੇਗੀਆਂ ਉਹ ਲਗਾਤਾਰ ਜਾਰੀ ਰਹਿਣਗੀਆਂ। ਸੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਤਾਂ ਕਲਾਸ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਆਪਣੇ ਦੋਸਤਾਂ ਮਿੱਤਰਾਂ ਤੱਕ ਉਹਨਾਂ ਤੱਕ ਜ਼ਰੂਰ ਪਹੁੰਚਾਉਣਾ ਜਿਹੜੇ ਆਪਣੇ ਨਾਲ ਪਹਿਲਾਂ ਜੁੜਦੇ ਸੀ ਡੇਲੀ। ਠੀਕ ਹੈ ਬਈ। ਸੋ ਇਸੇ ਦੇ ਨਾਲ ਆਪਣੀ ਕਲਾਸ ਜਿਹੜੀ ਇੱਥੇ ਖਤਮ ਹੁੰਦੀ ਹੈ। ਮਿਲਦੇ ਹਾਂ ਸ਼ਾਮ ਨੂੰ ਪੰਜਾਬੀ ਦੀ ਕਲਾਸ ਦੇ ਵਿੱਚ, ਜਿਹੜੀ MSW ਸਟੱਡੀ ਫੋਰ ਚੈਨਲ ਤੇ ਆਪਣੀ ਕਲਾਸਾਂ ਡੇਲੀ ਲੱਗਦੀਆਂ ਨੇ ਪੰਜਾਬੀ ਵਿਆਕਰਨ ਦੀਆਂ। ਠੀਕ ਹੈ, ਉਹਨਾਂ ਦੇ ਨਾਲ ਵੀ ਜੁੜੇ ਰਹੋ, ਖਾਸ ਕਰਕੇ ਉਹ ਬੱਚੇ ਜਿਹੜੇ PS ਟੈਟ ਦੀ ਤਿਆਰੀ ਕਰ ਰਹੇ ਨੇ। ਤੇ ਇਸ ਤੋਂ ਇਲਾਵਾ ਜਿਹੜੀ ਪੰਜਾਬੀ ਦੀ ਕਲਾਸਾਂ ਨੇਗੀਆਂ ਉਹ ਤਾਂ ਹਰ ਇੱਕ ਬੱਚੇ ਨੂੰ ਦੇਖਣੇ ਚਾਹੀਦੇ ਨੇ, ਕਿਉਂਕਿ ਪੰਜਾਬ ਗੌਰਮੈਂਟ ਦਾ ਜਦੋਂ ਵੀ ਕੋਈ ਪੇਪਰ ਹੁੰਦਾ ਨਾ ਹਰ ਇੱਕ ਦੇ ਵਿੱਚ ਪੰਜਾਬੀ ਦੇ ਜਿਹੜੀ 50 ਨੰਬਰਾਂ ਦੀ ਪੁੱਛੀ ਜਾਂਦੀ ਹੈ। ਤੇ ਇਸ ਤੋਂ ਇਲਾਵਾ ਇਹਨਾਂ ਕੁਐਸਚਨਾਂ ਵੱਲ ਵੀ ਧਿਆਨ ਦਿਓ, ਕਿਉਂਕਿ ਇਹ ਤੁਹਾਡੇ PS ਟੈਟ ਜਿਹੜੇ ਬੱਚੇ ਖਾਸ ਤੌਰ ਤੇ SST ਨਾਲ ਤਿਆਰੀ ਕਰ ਰਹੇ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਨੇ। ਠੀਕ ਹੈ ਵੀ। ਸੋ ਥੈਂਕ ਯੂ ਐਂਡ ਕੀਪ ਵਾਚਿੰਗ ਐਂਡ ਟੇਕ ਕੇਅਰ।